ਕਾਰਬਨ ਅਤੇ ਇਸ ਦੇ ਯੌਗਿਕ। ਅੱਜ ਅਸੀਂ ਸੰਤ੍ਰਿਪਤ ਅਤੇ ਅਸੰਤ੍ਰਿਪਤ ਕਾਰਬਨ ਯੌਗਿਕਾਂ ਦੇ ਬਾਰੇ ਪੜ੍ਹਾਂਗੇ। ਸੰਤ੍ਰਿਪਤ ਅਤੇ ਅਸੰਤ੍ਰਿਪਤ ਕਾਰਬਨ ਯੌਗਿਕ ਕੀ ਹੁੰਦੇ ਹਨ? ਕਾਰਬਨ ਅਤੇ ਹਾਈਡਰੋਜਨ ਤੋਂ ਬਣਨ ਵਾਲਾ ਇੱਕ ਹੋਰ ਯੌਗਿਕ ਹੈ ਜਿਸ ਦਾ ਸੂਤਰ ਹੈ C2H6। ਸਧਾਰਨ ਕਾਰਬਨ ਯੌਗਿਕਾਂ ਦੀ ਰਚਨਾ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਕਾਰਬਨ ਦੇ ਪਰਮਾਣੂਆਂ ਨੂੰ ਇਕਹਿਰੇ ਬੰਧਨ ਦੁਆਰਾ ਆਪਸ ਵਿੱਚ ਜੋੜਿਆ ਜਾਂਦਾ ਹੈ ਅਤੇ ਫਿਰ ਕਾਰਬਨ ਦੀ ਬਾਕੀ ਸੰਖਿਆ ਪੂਰੀ ਕਰਨ ਲਈ ਹਾਈਡਰੋਜਨ ਦੇ ਪਰਮਾਣੂਆਂ ਦਾ ਉਪਯੋਗ ਕੀਤਾ ਜਾਂਦਾ ਹੈ, ਜਿਵੇਂ ਕਿ ਤੁਸੀਂ ਚਿੱਤਰ ਦੇ ਵਿੱਚ ਦੇਖ ਰਹੇ ਹੋ, ਜਿਸ ਵਿੱਚ ਹਰ ਇੱਕ ਕਾਰਬਨ ਪਰਮਾਣੂ 3 ਸੰਯੋਗਿਤਾਵਾਂ ਅਸੰਤੁਸ਼ਟ ਰਹਿੰਦੀਆਂ ਹਨ। ਇਸ ਲਈ ਹਰ ਇੱਕ ਦਾ ਬੰਧਨ 3 ਹਾਈਡਰੋਜਨ ਪਰਮਾਣੂਆਂ ਨਾਲ ਕੀਤਾ ਜਾਂਦਾ ਹੈ, ਜਿਸ ਤੋਂ ਹੇਠ ਲਿਖਾ ਸਥਿਤੀ ਪ੍ਰਾਪਤ ਹੁੰਦੀ ਹੈ। ਇਸ ਚਿੱਤਰ ਵਿੱਚ ਤੁਹਾਨੂੰ ਇਥੇਨ ਦੀ ਇਲੈਕਟ੍ਰੋਨਿਕ ਬਿੰਦੂ ਸੰਰਚਨਾ ਦਿਖਾਈ ਗਈ ਹੈ। ਇਸੇ ਤਰ੍ਹਾਂ ਅਸੀਂ ਪ੍ਰੋਪੇਨ ਦੀ ਇਲੈਕਟ੍ਰੋਨਿਕ ਬਿੰਦੂ ਸੰਰਚਨਾ ਬਣਾ ਸਕਦੇ ਹਾਂ। ਪ੍ਰੋਪੇਨ ਦਾ ਅਣਵੀ ਸੂਤਰ C3H8। ਇਸ ਵਿੱਚ ਸਾਰੇ ਪਰਮਾਣੂਆਂ ਦੀ ਸੰਯੋਗਤਾ ਉਹਨਾਂ ਵਿਚਕਾਰ ਬਣੇ ਇਕਹਿਰੇ ਬੰਧਨ ਨਾਲ ਸੰਤੁਸ਼ਟ ਹੁੰਦੀ ਹੈ, ਜਿਵੇਂ ਕਿ ਤੁਸੀਂ ਇਸ ਚਿੱਤਰ ਦੇ ਵਿੱਚ ਪ੍ਰੋਪੇਨ ਦੀ ਇਲੈਕਟ੍ਰੋਨਿਕ ਸੰਰਚਨਾ ਦੇਖ ਸਕਦੇ ਹੋ ਅਤੇ 3D ਮਾਡਲ ਦੇਖ ਸਕਦੇ ਹੋ। ਇਹ ਜਿਹੇ ਯੌਗਿਕਾਂ ਨੂੰ ਸੰਤ੍ਰਿਪਤ ਯੌਗਿਕ ਆਖਦੇ ਹਨ। ਆਮ ਕਰਕੇ ਇਹ ਯੌਗਿਕ ਕਿਰਿਆਸ਼ੀਲ ਨਹੀਂ ਹੁੰਦੇ। ਕਾਰਬਨ ਅਤੇ ਹਾਈਡਰੋਜਨ ਦੇ ਇੱਕ ਹੋਰ ਯੌਗਿਕ ਦਾ ਸੂਤਰ ਹੈ C2H4, ਜਿਸ ਨੂੰ ਇਥੀਨ ਕਹਿੰਦੇ ਹਨ। ਹਰ ਇੱਕ ਕਾਰਬਨ ਨੂੰ 2 ਹਾਈਡਰੋਜਨ ਪਰਮਾਣੂ ਆਉਂਦੇ ਹਨ। ਹਰ ਇੱਕ ਕਾਰਬਨ ਪਰਮਾਣੂ ਦੀ ਇੱਕ ਸੰਯੋਗਿਤਾ ਅਜੇ ਵੀ ਅਪੂਰਨ ਰਹਿੰਦੀ ਹੈ। ਕਹਿਣ ਦਾ ਭਾਵ ਸੰਯੋਗਿਤਾ ਪੂਰੀ ਨਹੀਂ ਹੁੰਦੀ। ਜਦੋਂ 2 ਕਾਰਬਨਾਂ ਵਿਚਕਾਰ ਦੋਹਰਾ ਬੰਧਨ ਹੋਵੇ ਤਾਂ ਹੇਠ ਲਿਖੀ ਸਥਿਤੀ ਪ੍ਰਾਪਤ ਹੁੰਦੀ ਹੈ, ਜਿਵੇਂ ਕਿ ਤੁਸੀਂ ਚਿੱਤਰ ਅਤੇ ਐਨੀਮੇਸ਼ਨ ਦੀ ਸਹਾਇਤਾ ਨਾਲ ਦੇਖ ਰਹੇ ਹੋ। ਕਾਰਬਨ ਅਤੇ ਹਾਈਡਰੋਜਨ ਦੇ ਇੱਕ ਹੋਰ ਯੌਗਿਕ ਦਾ ਸੂਤਰ ਹੈ C2H2। ਇਸ ਦਾ ਨਾਮ ਇਥਾਈਨ ਹੈ। ਇਲੈਕਟ੍ਰੋਨਿਕ ਰਚਨਾ ਦਾ ਚਿੱਤਰ ਕਾਰਬਨ ਦੇ ਪਰਮਾਣੂਆਂ ਦੀ ਸੰਯੋਗਤਾ ਪੂਰੀਆਂ ਕਰਨ ਲਈ 2 ਕਾਰਬਨ ਪਰਮਾਣੂਆਂ ਵਿਚਕਾਰ ਕਿੰਨੇ ਬੰਧਨ ਜ਼ਰੂਰੀ ਹਨ। ਇਸ ਵਿੱਚ ਕਾਰਬਨ ਦੇ 3 ਬੰਧਨ ਬਣਨਗੇ। ਇਸ ਤਰ੍ਹਾਂ ਜਦੋਂ 2 ਕਾਰਬਨ ਵਿਚਕਾਰ 13 ਬੰਧਨ ਹੋਵੇਗਾ ਤਾਂ ਉੱਪਰ ਦਿੱਤੀ ਗਈ ਸਥਿਤੀ ਪ੍ਰਾਪਤ ਹੁੰਦੀ ਹੈ। ਕਾਰਬਨ ਦੇ ਇਹ ਜਿਹੇ ਯੌਗਿਕ ਜਿੱਥੇ ਕਾਰਬਨ ਪਰਮਾਣੂਆਂ ਵਿਚਕਾਰ ਦੋਹਰੇ ਜਾਂ ਤੀਹਰੇ ਬੰਧਨ ਹੋਣ, ਉਹਨਾਂ ਨੂੰ ਅਸੰਤ੍ਰਿਪਤ ਕਾਰਬਨ ਯੌਗਿਕ ਕਹਿੰਦੇ ਹਨ। ਇਹ ਯੌਗਿਕ ਸੰਤ੍ਰਿਪਤ ਕਾਰਬਨ ਯੌਗਿਕਾਂ ਨਾਲੋਂ ਵਧੇਰੇ ਕਿਰਿਆਸ਼ੀਲ ਹੁੰਦੇ ਹਨ। ਲੜੀਆਂ, ਸ਼ਾਖਾਵਾਂ ਅਤੇ ਛੱਲੇ ਦੇ ਬਾਰੇ ਜਾਣੀਏ। ਕਾਰਬਨ ਪਰਮਾਣੂਆਂ ਵਾਲੇ ਯੌਗਿਕਾਂ ਮੀਥੇਨ, ਇਥੇਨ ਅਤੇ ਪ੍ਰੋਪੇਨ ਬਾਰੇ ਅਸੀਂ ਚਰਚਾ ਕੀਤੀ ਹੈ। ਕਾਰਬਨ ਪਰਮਾਣੂ ਦੀਆਂ ਅਜਿਹੀਆਂ ਲੜੀਆਂ ਵਿੱਚ ਕਈ ਕਾਰਬਨ ਪਰਮਾਣੂਆਂ ਦੇ ਹੋ ਸਕਦੇ ਹਨ। ਕਾਰਬਨ ਅਤੇ ਹਾਈਡਰੋਜਨ ਦੇ ਸੰਤ੍ਰਿਪਤ ਯੌਗਿਕਾਂ ਦੇ ਸੂਤਰ ਅਤੇ ਰਚਨਾ ਤੁਹਾਨੂੰ ਚਿੱਤਰ ਦੇ ਵਿੱਚ ਦਿਖਾਏ ਗਏ ਹਨ ਅਤੇ ਅਸੀਂ ਇਸ ਨੂੰ ਇਸ ਐਨੀਮੇਸ਼ਨ ਦੀ ਸਹਾਇਤਾ ਨਾਲ ਵੀ ਸਮਝ ਰਹੇ ਹਾਂ, ਜਿਸ ਦੇ ਵਿੱਚ ਇੱਕ ਕਾਰਬਨ ਪਰਮਾਣੂ ਜੁੜਦਾ ਜਾ ਰਿਹਾ ਹੈ। ਇਸ ਤਰ੍ਹਾਂ ਦੀ ਜਿਹੜੀ ਸੀਰੀਜ਼ ਹੈ ਉਸ ਨੂੰ ਅਸੀਂ ਐਲਕੇਨ ਕਹਿੰਦੇ ਹਾਂ। ਜੇਕਰ ਅਸੀਂ ਬਿਊਟੇਨ ਉੱਪਰ ਆਪਣਾ ਧਿਆਨ ਕੇਂਦਰਿਤ ਕਰੀਏ, ਬਿਊਟੇਨ ਦਾ ਫਾਰਮੂਲਾ C4H10। ਜੇ ਅਸੀਂ 4 ਕਾਰਬਨ ਦਾ ਢਾਂਚਾ ਬਣਾਈਏ ਤਾਂ ਪਤਾ ਲੱਗਦਾ ਹੈ ਕਿ ਵੱਖ-ਵੱਖ ਤਰ੍ਹਾਂ ਦੇ ਢਾਂਚੇ ਬਣ ਸਕਦੇ ਹਨ, ਜਿਵੇਂ ਕਿ ਤੁਸੀਂ ਇਸ ਚਿੱਤਰ ਦੇ ਵਿੱਚ ਦੇਖ ਸਕਦੇ ਹੋ ਤੇ ਅਸੀਂ 3D ਐਨੀਮੇਸ਼ਨ ਦੇ ਨਾਲ ਵੀ ਦੇਖ ਸਕਦੇ ਹਾਂ, ਜੋ ਕਿ ਤੁਹਾਨੂੰ ਇਸ ਦੇ ਵਿੱਚ ਦਿਖਾਈ ਗਈ ਹੈ। ਅਸੀਂ ਦੇਖਦੇ ਹਾਂ ਕਿ ਇਹਨਾਂ ਦੋਵੇਂ ਰਚਨਾ ਦਾ ਇੱਕੋ ਹੀ ਸੂਤਰ ਹੈ। ਇਹ ਜਿਹੇ ਯੌਗਿਕਾਂ ਜਿਨ੍ਹਾਂ ਦੇ ਸਮਾਨ ਅਣਵੀ ਸੂਤਰ ਹੋਣ ਪਰ ਭਿੰਨ ਰਚਨਾਵਾਂ ਹੋਣ, ਉਹਨਾਂ ਨੂੰ ਬੰਤਰੀ ਸਮਅੰਗਕ ਕਹਿੰਦੇ ਹਨ। ਆਓ ਹੁਣ ਅਸੀਂ ਸਿੱਧੀਆਂ ਅਤੇ ਸ਼ਾਖਿਤ ਕਾਰਬਨ ਲੜੀਆਂ ਤੋਂ ਇਲਾਵਾ ਕੁਝ ਯੌਗਿਕਾਂ ਵਿੱਚ ਕਾਰਬਨ ਦੇ ਪਰਮਾਣੂ ਛੱਲੇ ਦੇ ਆਕਾਰ ਵਿੱਚ ਵਿਚਰਦੇ ਹਨ। ਉਦਾਹਰਨ ਸਾਈਕਲੋਹੈਕਸੇਨ ਦਾ ਸੂਤਰ C6H12। ਜਿਵੇਂ ਕਿ ਤੁਸੀਂ ਇਸ ਚਿੱਤਰ ਅਤੇ ਐਨੀਮੇਸ਼ਨ ਦੀ ਸਹਾਇਤਾ ਨਾਲ ਦੇਖ ਰਹੇ ਹੋ, ਜਿਸ ਦੇ ਵਿੱਚ ਸਾਈਕਲੋਹੈਕਸੇਨ ਦੀਆਂ ਵੱਖ-ਵੱਖ ਰਚਨਾਵਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਗਈਆਂ ਹਨ। ਇਸ ਦੇ ਵਿੱਚ ਤੁਸੀਂ ਸਾਈਕਲੋਹੈਕਸੇਨ ਦੇ ਅਣੂ ਦੀ ਇਲੈਕਟ੍ਰੋਨਿਕ ਬਿੰਦੂ ਸੰਰਚਨਾ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਾਰਬਨ ਹਾਈਡਰੋਜਨ ਦੇ ਨਾਲ ਇੱਕ ਲੂਪ
ਰਚਨਾ ਤਿਆਰ ਕਰਦਾ ਹੈ। ਸਿੱਧੀ ਲੜੀ, ਸ਼ਾਖਿਤ ਲੜੀ ਅਤੇ ਸਾਈਕਲਿਕ ਕਾਰਬਨ ਯੌਗਿਕ ਸਾਰੇ ਸੰਤ੍ਰਿਪਤ ਅਤੇ ਅਸੰਤ੍ਰਿਪਤ ਵੀ ਹੋ ਸਕਦੇ ਹਨ। ਉਦਾਹਰਨ ਦੇ ਤੌਰ ਤੇ ਬੈਂਜ਼ੀਨ, ਜਿਹਦਾ ਰਸਾਇਣਿਕ ਸੂਤਰ ਹੈ C6H6। ਜਿਵੇਂ ਕਿ ਤੁਸੀਂ ਇਸ ਨੂੰ ਚਿੱਤਰ ਦੀ ਸਹਾਇਤਾ ਨਾਲ ਦੇਖ ਸਕਦੇ ਹੋ ਕਿ ਇਸ ਦਾ ਫਾਰਮੂਲਾ ਕੀ ਹੈ, ਇਸ ਦੀ ਇਲੈਕਟ੍ਰੋਨਿਕ ਬਿੰਦੂ ਸੰਰਚਨਾ ਕਿਸ ਤਰ੍ਹਾਂ ਦੀ ਬਣੀ ਹੋਈ ਹੈ। ਇਹਨਾਂ ਵਿੱਚ ਸੰਤ੍ਰਿਪਤ ਯੌਗਿਕਾਂ ਨੂੰ ਐਲਕੇਨ ਆਖਦੇ ਹਨ, ਜਿਹਦਾ ਫਾਰਮੂਲਾ CnH2n+2 ਹੈ। ਅਸੰਤ੍ਰਿਪਤ ਹਾਈਡਰੋਕਾਰਬਨ ਜਿਨ੍ਹਾਂ ਵਿੱਚ ਇੱਕ ਜਾਂ ਵੱਧ ਦੋਹਰੇ ਬੰਧਨ ਹੁੰਦੇ ਹਨ, ਉਹਨਾਂ ਨੂੰ ਐਲਕੀਨ ਆਖਦੇ ਹਨ। ਐਲਕੀਨ ਦਾ ਰਸਾਇਣਿਕ ਸੂਤਰ ਹੈ CnH2n। ਇੱਕ ਜਾਂ ਵੱਧ ਤੀਹਰਾ ਬੰਧਨ ਰੱਖਣ ਵਾਲੇ ਅਸੰਤ੍ਰਿਪਤ ਹਾਈਡਰੋਕਾਰਬਨ ਨੂੰ ਐਲਕਾਈਨ ਆਖਦੇ ਹਨ। ਇਸ ਦਾ ਰਸਾਇਣਿਕ ਸੂਤਰ ਹੈ CnH2n-2।